ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਰਾਗ ਆਸਾ ਮਹਲਾ ਤੀਜਾ ਪੱਟੀ ਦੇ 10ਵੇਂ, 11ਵੇਂ, 12ਵੇਂ, 13ਵੇਂ ਤੇ 14ਵੇਂ ਸ਼ਲੋਕ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਰਾਗ ਆਸਾ ਮਹਲਾ ਤੀਜਾ ਪੱਟੀ। ਪੱਪੇ ਭਾਰ ਨ ਪਵੀ ਮੂੜੇ, ਪਰਪੰਚ ਤੂੰ ਪਲ ਚਰਿਆ। ਸੱਚੇ ਆਪ ਖਵਾਇਓ ਮੂੜੇ, ਇਹ ਸਿਰ ਤੇਰੇ ਲੇਖ ਪਿਆ। ਪੱਪੇ ਭਾਰ ਨ ਪਵੀ ਮੂੜੇ, ਪਰਪੰਚ ਤੂੰ ਪਲ ਚਰਿਆ। ਸੱਚੇ ਆਪ ਖਵਾਈਏ ਮੂੜੇ, ਇਹ ਸਿਰ ਤੇਰੇ ਲੇਖ ਪਿਆ। ਪੱਬੇ ਭਵਜਲ ਡੂਬੋ ਮੂੜੇ, ਮਾਇਆ ਵਿੱਚ ਗਲਤਾਨ ਭਇਆ। ਗੁਰ ਪ੍ਰਸਾਦੀ ਏਕੋ ਜਾਣੇ, ਏਕ ਘੜੀ ਮੇਂ ਪਾਰ ਪਿਆ। ਪੱਬੇ ਭਵਜਲ ਡੂਬੋ ਮੂੜੇ, ਮਾਇਆ ਵਿੱਚ ਗਲਤਾਨ ਭਇਆ। ਗੁਰ ਪ੍ਰਸਾਦੀ ਏਕੋ ਜਾਣੇ, ਏਕ ਘੜੀ ਮੇਂ ਪਾਰ ਪਿਆ। ਵਵੇ ਵਾਰੀ ਆਇਆ ਮੂੜੇ, ਵਾਸਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੱਸੇ ਬੂੜੇ, ਫਿਰ ਤੂੰ ਜਮ ਕੇ ਵਸ ਪਿਆ। ਵਵੇ ਵਾਰੀ ਆਇਆ ਮੂੜੇ, ਵਾਸੁਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੱਸੇ ਮੂੜੇ, ਫਿਰ ਤੂੰ ਜਮ ਕੇ ਵਸ ਪਿਆ। ਚੱਜੇ ਕਦੇ ਨ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗਰੇ ਕਾ ਹੈ ਨਾਮ ਬੁਰਾ। ਚੱਜੇ ਕਦੇ ਨ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗਰੇ ਕਾ ਹੈ ਨਾਮ ਬੁਰਾ। ਤਦੇ ਤਾਵਤ ਵਰਜ ਰਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਗੁਰਮੁਖ ਹੋਵੇ ਤਾਂ ਹਰ ਰਸ ਪੀਵੇ, ਜੁਗਾ ਜਗੰਤਰ ਖਾਏ ਪਿਆ। ਤਦੇ ਤਾਵਤ ਵਰਜ ਰਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਗੁਰਮੁਖ ਹੋਵੇ ਤਾਂ ਹਰ ਰਸ ਪੀਵੇ, ਜੁਗਾ ਜਗੰਤਰ ਖਾਏ ਪਿਆ। ਪੱਪੇ ਭਾਰ ਨ ਪਵੀ ਮੂੜੇ, ਪਰਪੰਚ ਤੂੰ ਪਲ ਚਰਿਆ। ਸੱਚੇ ਆਪ ਖਵਾਇਓ ਮੂੜੇ, ਇਹ ਸਿਰ ਤੇਰੇ ਲੇਖ ਪਿਆ। ਪੱਪੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਹੇ ਮੂੜੇ, ਮੂਰਖ, ਨਾ ਸਮਝ ਜੀਵ ਮਨੁੱਖ, ਤੂੰ ਪਰਮੇਸ਼ਰ ਦਾ ਪਾਰ ਨਹੀਂ ਪਾ ਸਕਦਾ ਜੀ, ਕਿਉਂਕਿ ਤੂੰ ਸੰਸਾਰਿਕ ਪ੍ਰਪੰਚਾਂ ਵਿੱਚ ਬਹੁਤ ਮਗਨ ਹੋਇਆ ਪਿਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਹੇ ਮੂਰਖ ਜੀ, ਤੂੰ ਸੱਚੇ ਪਰਮੇਸ਼ਰ ਨੂੰ ਕਿਉਂ ਵਿਸਾਰਿਆ ਹੈ? ਤੂੰ ਸੱਚੇ ਪਰਮੇਸ਼ਰ ਨੂੰ ਵਿਸਾਰ ਕੇ ਆਪਣੇ ਆਪ ਨੂੰ ਖੁਆਰ ਕਰ ਲਿਆ ਹੈ ਜੀ। ਇਹੀ ਤੇਰੇ ਸਿਰ ਉੱਤੇ ਲੇਖ ਲਿਖਿਆ ਹੋਇਆ ਹੈ ਜੀ। ਭਾਵ ਇਹ ਕਰਨਾ ਹੀ ਤੇਰੇ ਭਾਗਾਂ ਵਿੱਚ ਹੈ ਜੀ। ਭਾਵ ਪੱਪੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਤੂੰ ਜੀਵ ਮੋਹ ਮਾਇਆ ਦੇ ਪਸਾਰੇ ਵਿੱਚ ਕਿਉਂ ਫਸਿਆ ਹੋਇਆ ਹੈ? ਇਸ ਕਰਕੇ ਤੂੰ ਪਾਰ ਇਸ ਸੰਸਾਰ ਜਗਤ ਤੋਂ, ਭਾਵ ਸਾਗਰ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ। ਫਿਰ ਗੁਰੂ ਜੀ ਕਹਿੰਦੇ ਹਨ, ਤੇਰਾ ਵੀ ਇਸ ਵਿੱਚ ਕੀ ਕਸੂਰ ਮੂਰਖ? ਉਸ ਕਰਤਾ ਪੁਰਖ ਸੱਚੇ ਪਰਮਾਤਮਾ ਨੇ ਤੈਨੂੰ ਆਪ ਹੀ ਕੁਰਾਹੇ ਪਾ ਛੱਡਿਆ ਹੈ। ਕਿਉਂ? ਕਿਉਂਕਿ ਇਹ ਤੇਰੇ ਕੀਤੇ ਕਰਮਾਂ ਦਾ ਲਿਖੇ ਲੇਖ ਨੇ, ਜੋ ਤੂੰ ਕੀਤੇ ਨੇ, ਜੋ ਤੂੰ ਕਰ ਰਿਹਾ। ਫਿਰ ਗੁਰੂ ਜੀ ਆਖਦੇ ਹਨ,
ਭੱਬੇ ਭਵਜਲ ਡੂਬੋ ਮੂੜੇ, ਮਾਇਆ ਵਿੱਚ ਗਲਤਾਨ ਪਿਆ। ਗੁਰ ਪ੍ਰਸਾਦੀ ਏਕੋ ਜਾਣੇ, ਏਕ ਘੜੀ ਮੇ ਪਾਰ ਪਿਆ। ਭੱਬੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਹੇ ਮੂਰਖ ਜੀ, ਤੂੰ ਇਸ ਜਗਤ ਭਾਵ ਸਾਗਰ ਵਿੱਚ ਡੁੱਬ ਰਿਹਾ ਹੈ ਜੀ। ਭਾਵ ਤੂੰ ਸੰਸਾਰ ਦੁਨੀਆ ਵਿੱਚ ਆਇਆ, ਆਪਣੇ ਆਪ ਨੂੰ ਖਰਾਬ ਕਰੀ ਜਾ ਰਿਹਾ ਹੈ ਜੀ ਅਤੇ ਮੋਹ ਮਾਇਆ ਵਿੱਚ ਫਸ ਗਿਆ ਹੈ, ਜਿਸ ਕਰਕੇ ਤੂੰ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਨਹੀਂ ਲੱਗਾ ਜੀ। ਅਤੇ ਹੇ ਮੂਰਖ, ਤੂੰ ਜੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗਦਾ ਤਾਂ ਗੁਰੂ ਦੀ ਮਿਹਰ ਕਿਰਪਾ ਨਾਲ ਇੱਕ ਦਿਨ ਤੂੰ ਕਰਤਾ ਪੁਰਖ ਸੱਚੇ ਪਰਮੇਸ਼ਰ ਨੂੰ ਪਛਾਣ ਲੈਣਾ ਸੀ ਜੀ। ਫਿਰ ਗੁਰੂ ਜੀ ਆਖਦੇ ਹਨ, ਘੜੀ ਭਰ ਵਿੱਚ ਹੀ ਤੂੰ ਇਸ ਭਵ ਸਾਗਰ ਤੋਂ ਪਾਰ ਲੰਘ ਜਾਣਾ ਹੈ ਜੀ। ਘੜੀ ਭਰ ਵਿੱਚ ਹੀ ਭਾਵ ਕਿ ਇਹ ਜੀਵਨ ਜੋ ਹੈ, ਜਨਮ ਹੋਇਆ ਤੇ ਮਰਨ ਵੀ ਤੇ ਨੇੜੇ ਹੀ ਹੈ ਨਾ ਜੀ। ਇਹ ਜੀਵਨ ਵੀ ਇੱਕ ਦਿਨ ਖਤਮ ਹੋ ਜਾਣਾ ਤੇ ਆਪਣਾ ਜੀਵਨ ਖਰਾਬ ਕਰ ਲਿਆ, ਖੁਆਰ ਕਰ ਲਿਆ, ਵਿਅਰਥ ਗਵਾ ਲਿਆ ਹੈ ਜੀ। ਭਾਵ ਕਿ ਤੂੰ ਇਸ ਸੰਸਾਰ ਵਿੱਚ ਆ ਕੇ ਮੋਹ ਮਾਇਆ ਦੇ ਗਲਤਾਨ ਵਿੱਚ ਆਪਣੇ ਆਪ ਨੂੰ ਫਸਾ ਲਿਆ। ਫਿਰ ਗੁਰੂ ਜੀ ਆਖਦੇ ਹਨ ਕਿ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗਦੇ ਹਨ, ਉਹ ਇੱਕ ਦਿਨ ਪਰਮੇਸ਼ਰ ਦੀ ਮਿਹਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਹਿਰਦੇ ਵਿੱਚ ਵਸਾ ਕੇ ਇੱਕ ਦਿਨ ਪਰਮੇਸ਼ਰ ਦਾ ਏਕ ਅੰਸ਼ ਹੋ ਜਾਂਦੇ ਹਨ। ਤਾਂ ਫਿਰ ਘੜੀ ਵਿੱਚ ਹੀ ਇਸ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਜੀ। ਕਿਉਂ? ਕਿਉਂਕਿ ਉਹ ਪਰਮਾਤਮਾ ਦਾ ਏਕ ਅੰਸ਼ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ, ਵਵੇ ਵਾਰੀ ਆਇਆ ਮੂੜੇ, ਵਾਸੁਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਵਵੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਹੇ ਮੂੜੇ ਜੀ, ਇਹ ਨਾ ਸਮਝ ਮਨੁੱਖ, ਇਸ ਸੰਸਾਰ ਭਵ ਜਾਗਲ ਤਰਨ ਦੀ ਤੇਰੀ ਵਾਰੀ ਆਈ ਸੀ। ਭਾਵ ਇਹ ਅਮੋਲ ਮਨੁੱਖਾ ਜੀਵਨ ਦੁਆਰਾ ਤੂੰ ਇਸ ਸੰਸਾਰ ਤੋਂ ਤਰ ਸਕਦਾ ਸੈਂ, ਪਰ ਤੈਨੂੰ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਣ ਕਰਕੇ ਉਹ ਪਰਮੇਸ਼ਰ ਭੁੱਲ ਗਿਆ ਜੀ। ਅਤੇ ਹੇ ਮੂਰਖ ਜੀਵ, ਮਨੁੱਖਾ ਜਨਮ ਦਾ ਇਹ ਅਵਸਰ ਫਿਰ ਪ੍ਰਾਪਤ ਨਹੀਂ ਹੋਣਾ ਜੀ। ਫਿਰ ਤੂੰ ਜਮਾਂ ਦੇ ਵਸ ਪੈ ਜਾਏਗਾ ਜੀ। ਭਾਵ ਆਵਾਗਮਨ ਦੇ, ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹੇਗਾ ਜੀ। ਭਾਵ ਕਿ ਇਹ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਗੁਰੂ ਜੀ ਆਖਦੇ ਹਨ, ਸਾਰੇ ਗੁਰੂ ਜਿਹੜੇ ਗਿਆਨੀ ਧਿਆਨੀ ਵੀ ਹਨ ਜੀ ਸੱਚੇ, ਉਹ ਵੀ ਕਹਿੰਦੇ ਹਨ ਕਿ ਮਨੁੱਖਾ ਜਨਮ ਅਮੋਲਕ ਹੈ ਅਤੇ ਇਸੇ ਜਨਮ ਵਿੱਚ ਹੀ ਅਸੀਂ ਪਰਮੇਸ਼ਰ ਨਾਲ ਲੱਗ ਸਕਦੇ ਹਾਂ। ਪਰ ਅਸੀਂ ਮੋਹ ਮਾਇਆ ਦੇ ਵਿਕਾਰਾਂ ਵਿੱਚ ਫਸ ਕੇ ਇਸ ਮਨੁੱਖਾ ਜਨਮ ਨੂੰ ਅਜਾਈਂ ਗਵਾ ਲਿਆ ਹੈ ਜੀ। ਤੇ ਇਹ ਫਿਰ ਵੇਲਾ ਹੱਥ ਨਹੀਂ ਆਉਣਾ ਜੀ। ਇਸ ਤਰ੍ਹਾਂ ਸਮਝੋ ਕਿ ਤੁਸੀਂ ਫਿਰ ਜਮਾਂ ਦੇ ਵਸ ਪੈ ਰਹੋਗੇ। ਭਾਵ ਕਿ ਜਨਮ ਮਰਨ ਦੇ ਚੱਕਰ ਵਿੱਚ ਹੀ ਪੈ ਰਹੋਗੇ ਜੀ। ਫਿਰ ਗੁਰੂ ਜੀ ਆਖਦੇ ਹਨ, ਚੱਜੇ ਕਦੇ ਨਾ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗਰੇ ਕਾ ਹੈ ਨਾ ਬੁਰਾ।
ਝੰਜੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ, ਹੇ ਮੂਰਖ ਜੀ, ਤੂੰ ਕਦੇ ਵੀ ਨਹੀਂ ਝੂਰੇਗਾ। ਜੇ ਇੱਕ ਵਾਰੀ ਤੂੰ ਜੇ ਸਤਿਗੁਰ ਦਾ ਉਪਦੇਸ਼ ਸੁਣ ਕੇ ਪਰਮੇਸ਼ਰ ਹਾਰ ਦੇ ਨਾਲ ਲੱਗਦਾ ਜੀ। ਕਿਉਂ? ਕਿਉਂਕਿ ਉਹ ਸਤਿਗੁਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜੀ। ਤੇ ਨਿਗਰੇ ਜੀਵ ਮਨੁੱਖ ਦਾ ਨਾਂ ਲੈਣਾ ਵੀ ਮਾੜਾ ਹੈ। ਭਾਵ ਕਿ ਜੋ ਭੈੜੀ ਸੰਗਤ ਹੈ ਉਹ ਬਹੁਤ ਖਰਾਬ ਹੈ ਜੀ। ਭਾਵ ਕਿ ਹੇ ਮੂਰਖ, ਤੂੰ ਗੁਰਸ਼ਬਦ ਗੁਰਬਾਣੀ ਨਾਮ ਦਾ ਉਪਦੇਸ਼ ਸੁਣ ਕੇ ਅਸਲ ਮੂਲ ਨਾਲ ਲੱਗ ਸਕਦਾ ਸੀ, ਜਿਸ ਕਰਕੇ ਫਿਰ ਤੇਰਾ ਜੀਵਨ ਸਫਲ ਹੁੰਦਾ ਤੇ ਕਦੇ ਵੀ ਨਾ ਝੂਰਦਾ। ਪਰ ਗੁਰੂ ਜੀ ਆਖਦੇ ਹਨ ਕਿ ਸਤਿਗੁਰ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਹੈ ਜੀ। ਤੇ ਭੈੜੀ ਸੰਗਤ ਦਾ ਸਾਥ ਤੇ ਪਾਪਾਂ ਵਿੱਚ ਹੀ ਖੜੇਗਾ ਨਾ ਜੀ। ਤੁਹਾਨੂੰ, ਸਾਨੂੰ, ਮੈਨੂੰ। ਫਿਰ ਗੁਰੂ ਜੀ ਆਖਦੇ ਹਨ, ਤੱਦੇ ਤਾਵਤ ਵਰਜ ਰਖ ਮੂੜੇ, ਅੰਤਰ ਤੇਰੇ ਨਿਧਾਨ ਪਿਆ, ਗੁਰਮੁਖ ਹੋਵੇ ਤਾਂ ਹਰ ਰਸ ਪੀਵੇ, ਜੁਗਾ ਜਗੰਤਰ ਖਾਏ ਪਿਆ। ਤੱਦੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਹੇ ਮੂਰਖ ਜੀ, ਤੂੰ ਆਪਣੇ ਮਨ ਨੂੰ ਬਾਹਰ ਭੱਜਣੋਂ ਰੋਕ ਕੇ ਰੱਖ, ਕਿਉਂਕਿ ਤੇਰੇ ਅੰਦਰ ਹੀ ਸੁੱਖਾਂ ਦਾ ਖਜ਼ਾਨਾ ਭਰਿਆ ਪਿਆ ਹੈ ਜੀ। ਬਾਹਰ ਭੱਜਣੋਂ ਭਾਵ ਵਿਸ਼ੇ ਵਿਕਾਰਾਂ ਵੱਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੱਲ ਭੱਜਣ ਤੋਂ ਰੋਕ। ਤੇ ਜੋ ਗੁਰੂਆਂ ਦਾ ਖਜ਼ਾਨਾ ਹੈ, ਗੁਰ ਸ਼ਬਦ ਦਾ ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਹੈ, ਜੋ ਸੁੱਖ ਹਨ, ਆਤਮਿਕ ਸੁੱਖ ਹਨ, ਉਹ ਸਾਡੇ ਅੰਦਰ ਹੀ, ਸਾਡੇ ਹਿਰਦੇ ਵਿੱਚ ਹੀ ਪਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹ ਪਰਮੇਸ਼ਰ ਹਰ ਨਾਲ ਲੱਗਣਾ ਹੈ। ਜੋ ਸਾਡੇ ਪਰਮੇਸ਼ਰ ਉਹ ਸਾਡੇ ਅੰਦਰ ਹੀ ਹੈ, ਪਰ ਪਛਾਣਨਾ ਸੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਜੇ ਤੂੰ ਗੁਰੂਆਂ ਦੇ ਉਪਦੇਸ਼ ਸਿੱਖਿਆ ਦੇ ਅਨੁਰੂਪ ਚੱਲੇ, ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗੇ, ਤਾਂ ਪਰਮੇਸ਼ਰ ਹਰ ਰਸ ਦਾ ਪਾਨ ਕਰੇਗਾ ਜੀ। ਪਰਮੇਸ਼ਰ ਹਰ ਰਸ ਪਾਨ ਭਾਵ ਕਿ ਪਰਮੇਸ਼ਰ ਹਰ ਦਾ ਰੂਪ ਸ਼ਬਦ ਨਾਮ ਦਾ ਤੈਨੂੰ ਸੁੱਖ ਮਿਲੇਗਾ ਜੀ। ਅਤੇ ਪਰਮੇਸ਼ਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਨੂੰ ਤੂੰ ਜੁਗਾ ਜਗੰਤਰ ਤੱਕ ਖਾਂਦਾ ਰਹੇਗਾ। ਇਹ ਖਜ਼ਾਨਾ ਇੰਨਾ ਭਰਿਆ ਪਿਆ ਹੈ, ਗੁਰੂ ਜੀ ਆਖਦੇ ਹਨ ਹਿਰਦੇ ਅੰਦਰ, ਸਾਡੇ ਅੰਦਰ, ਕਿ ਇਹ ਕਦੀ ਫਿਰ ਮੁੱਕਣ ਵਿੱਚ ਨਹੀਂ ਆਏਗਾ ਜੀ। ਭਾਵ ਕਿ ਗੁਰੂ ਜੀ ਆਖਦੇ ਹਨ ਕਿ ਤੂੰ ਆਪਣੇ ਪੰਜ ਚੋਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਕਾਬੂ ਕਰ, ਖਤਮ ਕਰ, ਨਸ਼ਟ ਕਰ ਦੇ ਅਤੇ ਆਪਣੇ ਅਸਲ ਮੂਲ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਛਾਣ। ਜੋ ਖਜ਼ਾਨੇ ਤੇਰੇ ਅੰਦਰ ਹੀ ਹਨ, ਤੇਰੇ ਹਿਰਦੇ ਦੇ ਤੇਰੇ ਅੰਦਰ ਹਨ, ਉਹਨਾਂ ਨੂੰ ਤੂੰ ਗੁਰਸ਼ਬਦ ਗੁਰਬਾਣੀ ਨਾਮ ਅਭਿਆਸ ਦੇ ਦੁਆਰਾ ਪਛਾਣ, ਤਾਂ ਫਿਰ ਤੂੰ ਪਰਮੇਸ਼ਰ ਹਰ ਦਾ ਆਤਮਿਕ ਸੁੱਖ ਪਾ ਸਕੇਗਾ ਜੀ। ਤੇ ਇਹ ਫਿਰ ਤੂੰ ਜੁਗਾ ਜਗੰਤਰਾ ਤੱਕ ਜਿੰਨਾ ਮਰਜੀ ਨਾਮ ਰਸ ਪੀਵੀਂ, ਜਿੰਨਾ ਮਰਜੀ ਭੋਜਨ ਖਾਹੀਂ, ਤਾਂ ਵੀ ਇਹ ਜੋ
ਨਾ ਗੁਰਸ਼ਬਦ ਗੁਰਬਾਣੀ ਨਾਮ ਦਾ ਖਜ਼ਾਨਾ ਹੈ, ਕਦੀ ਖਤਮ ਨਹੀਂ ਹੋਏਗਾ ਜੀ, ਕਦੀ ਤੋਟ ਨਹੀਂ ਆਏਗੀ। ਸੋ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।